ਵੈਲਕਮ ਟੂ ਪੰਜਾਬ ਡਿਗਰੀ ਕਲਾਸਿਸ। ਪੰਜਾਬ ਦਾ ਇੱਕੋ ਇਕੱਲਾ ਇਸ ਤਰ੍ਹਾਂ ਦਾ YouTube ਚੈਨਲ ਜਿਹੜਾ ਤੁਹਾਨੂੰ ਘਰੇ ਬੈਠੇ ਸਾਰੀਆਂ ਸੇਵਾਵਾਂ ਦਵਾਉਂਦਾ ਹੈ ਤੇ ਨਾਲ ਹੀ ਨੋਟਸ ਵੀ ਅਵੇਲੇਬਲ ਕਰਵਾਉਂਦਾ ਹੈ। ਹਾਂਜੀ ਸਟੂਡੈਂਟਸ, ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਡਿਗਰੀ ਕਲਾਸਿਸ ਤੇ। ਸੋ ਸਟੂਡੈਂਟਸ, ਆਪਾਂ ਪੰਜਾਬੀ ਯੂਨੀਵਰਸਿਟੀ ਦੇ ਸੈਕੰਡ ਸਮੈਸਟਰ ਦੀ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਕਰ ਰਹੇ ਸੀ ਡਿਫਰੈਂਟ ਟਾਈਪ ਆਫ ਰਾਈਟਸ, ਜਿਸ ਦੇ ਵਿੱਚ ਆਪਾਂ ਅਲੱਗ-ਅਲੱਗ ਰਾਈਟਸ ਦੀ ਗੱਲ ਕੀਤੀ। ਔਰ ਅੱਜ ਦੀ ਜਿਹੜੀ ਕਲਾਸ ਹੈ ਉਸ 'ਚ ਆਪਾਂ ਗੱਲ ਕਰਾਂਗੇ ਪੋਲੀਟੀਕਲ ਰਾਈਟਸ ਦੀ। ਦੇਖੋ ਸਿਵਲ ਰਾਈਟਸ ਦੀ ਪੋਲੀਟੀਕਲ ਰਾਈਟਸ ਆਪਾਂ ਲਾਸਟ 'ਚ ਕੀਤੇ। ਮੈਂ ਥੋੜਾ ਜਿਹਾ ਰਿਵਾਈਜ਼ ਵੀ ਕਰਵਾ ਦਿੰਦੀ ਹਾਂ ਤੁਹਾਨੂੰ। ਪੋਲੀਟੀਕਲ ਰਾਈਟਸ ਆਪਾਂ ਕੀਤੇ ਲਾਸਟ ਕਲਾਸ ਦੇ ਵਿੱਚ, ਮੋਰਲ ਰਾਈਟਸ ਕੀਤੇ, ਲੀਗਲ ਰਾਈਟਸ ਕੀਤੇ, ਔਰ ਉਸ ਤੋਂ ਇਲਾਵਾ ਆਪਾਂ ਨੈਚੁਰਲ ਰਾਈਟਸ ਕੀਤੇ। ਇਹਨਾਂ ਦੇ ਬਾਰੇ ਗੱਲ ਕੀਤੀ, ਸਾਡੇ ਅਧਿਕਾਰ ਜਿਹੜੇ ਨੇ। ਹੁਣ ਅੱਜ ਦੀ ਜਿਹੜੀ ਕਲਾਸ ਹੈ ਉਸ 'ਚ ਆਪਾਂ ਗੱਲ ਕਰਾਂਗੇ ਸਿਵਲ ਰਾਈਟ। ਦੇਖੋ ਸਿਵਲ ਰਾਈਟਸ ਜਿਹੜੇ ਹੁੰਦੇ ਨੇ, ਸਭ ਤੋਂ ਪਹਿਲਾਂ ਤਾਂ ਇਹ ਯਾਦ ਰੱਖਣਾ ਹੈ, ਬਸ ਤੁਸੀਂ ਇੰਨਾ ਹੀ ਯਾਦ ਰੱਖਣਾ ਹੈ ਕਿ ਸਿਵਲ ਰਾਈਟ ਦੇ ਅੰਦਰ ਕੀ ਕੀ ਆਉਂਦਾ ਹੈਗਾ। ਨਾਗਰਿਕ ਅਧਿਕਾਰਾਂ ਦੇ ਅੰਦਰ ਵਿਅਕਤੀ ਦੇ ਉਹ ਅਧਿਕਾਰ ਆਉਂਦੇ ਨੇ ਜਿਹੜੇ ਵਿਅਕਤੀ ਦੀ ਆਜ਼ਾਦੀ ਅਤੇ ਰੱਖਿਆ ਨੂੰ ਯਕੀਨੀ ਬਣਾਉਂਦੇ ਨੇ। ਠੀਕ ਹੈ, ਆਜ਼ਾਦੀ ਨੂੰ ਯਕੀਨੀ ਬਣਾਉਂਦੇ ਨੇ। ਇਹ ਅਧਿਕਾਰ ਰਾਜ ਦੁਆਰਾ ਸੁਰੱਖਿਅਤ ਕੀਤੇ ਜਾਂਦੇ ਨੇ। ਇਹਦੇ ਵਿੱਚ ਆ ਜਾਂਦਾ ਹੈ ਬੋਲਣ ਦੀ ਆਜ਼ਾਦੀ, ਧਰਮ ਦੀ ਆਜ਼ਾਦੀ, ਕਾਨੂੰਨ ਅੱਗੇ ਬਰਾਬਰੀ। ਇਹ ਤਿੰਨ ਚੀਜ਼ਾਂ ਇਸ ਦੇ ਅੰਡਰ ਆ ਜਾਂਦੀਆਂ ਨੇ। ਸੋ ਤੁਸੀਂ ਇਦਾਂ ਹੀ ਯਾਦ ਰੱਖਣਾ ਹੈ। ਠੀਕ ਹੈ, ਜੇ ਤੁਹਾਨੂੰ ਪੈਰੇ ਦੇ ਰੂਪ ਵਿੱਚ ਲਿਖਣਾ ਆਉਂਦਾ ਤਾਂ ਇੰਨੀਆਂ ਤੁਸੀਂ ਲਾਈਨਾਂ ਵੀ ਬਣਾ ਸਕਦੇ ਹੋ। ਠੀਕ ਹੈ, ਪਰ ਪੁਆਇੰਟ ਤਾਂ ਤੁਸੀਂ ਇੰਨਾ ਹੀ ਯਾਦ ਰੱਖਣਾ ਹੈਗਾ। ਨੈਕਸਟ ਹੈਗਾ ਆਰਥਿਕ ਅਧਿਕਾਰ। ਆਰਥਿਕ ਅਧਿਕਾਰ ਜਿਹੜੇ ਹੈ ਉਹ ਵਿਅਕਤੀ ਦੀ ਆਰਥਿਕ ਤੰਗੀ ਨੂੰ ਦੂਰ ਕਰਦੇ ਹਨ। ਇਹ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਂਦੇ ਹਨ। ਉਦਾਹਰਨ ਜਿਵੇਂ ਕੰਮ ਕਰਨ ਦਾ ਅਧਿਕਾਰ ਹੈ, ਨਿਆਂਪੂਰਨ ਮਜ਼ਦੂਰੀ ਦਾ ਅਧਿਕਾਰ ਹੈ, ਆਰਥਿਕ ਸੁਰੱਖਿਆ ਦਾ, ਯਾਨੀ ਕਿ ਸਾਨੂੰ ਪੈਸਾ ਕਮਾਉਣ ਦਾ ਅਧਿਕਾਰ ਵੀ ਹੋਣਾ ਚਾਹੀਦਾ ਹੈਗਾ। ਨੈਕਸਟ ਹੈ ਸੋਸ਼ਲ ਰਾਈਟ ਦੇ ਵਿੱਚ ਆ ਜਾਂਦਾ ਹੈ ਸੱਭਿਆਚਾਰ ਨੂੰ ਆਪਣਾ ਪ੍ਰਯੋਗ ਕਰਨ ਦਾ ਅਧਿਕਾਰ। ਔਰ ਇਹ ਕਿਸੇ ਦੇਸ਼ ਜਾਂ ਵਿਰਾਸਤ ਤੇ ਪਰੰਪਰਾ ਦੀ ਰੱਖਿਆ ਕਰਦੇ ਹਨ। ਜਿਵੇਂ ਐਜੂਕੇਸ਼ਨ ਦਾ ਰਾਈਟ ਹੋ ਗਿਆ, ਸਿਹਤ ਸੇਵਾਵਾਂ ਦਾ ਰਾਈਟ ਹੋ ਗਿਆ, ਆਪਣੀ ਕਲਚਰ ਦਾ ਰਾਈਟ ਹੋ ਗਿਆ, ਇਹ ਇਸ ਦੇ ਅੰਡਰ ਆ ਜਾਂਦੇ ਨੇ। ਸੋ ਹਿਊਮਨ ਰਾਈਟ ਦੀ ਗੱਲ ਕਰੀਏ ਤਾਂ ਇਹ ਜੀਵਨ ਦਾ ਅਧਿਕਾਰ ਹੈ। ਔਰ ਆਪਾਂ ਕਹਿੰਦੇ ਹਾਂ ਤਸਕਰ ਤੋਂ ਮੁਕਤੀ ਹੈ। ਕਿਸੇ ਵੀ ਸਾਨੂੰ ਐਕਸਪਲੋਇਟ ਨਹੀਂ ਕੋਈ ਕਰ ਸਕਦਾ। ਔਰ ਕਨਕਲੂਜਨ ਕੀ ਹੈ ਕਿ ਇਹ ਅਧਿਕਾਰ ਵਿਅਕਤੀਆਂ ਨੂੰ ਸਵੈ ਵਿਕਾਸ, ਆਜ਼ਾਦੀ ਅਤੇ ਇਨਸਾਫ ਦੀ ਗਰੰਟੀ ਦਿੰਦੇ ਹਨ। ਔਰ ਹਰ ਕਿਸਮ ਦੇ ਅਧਿਕਾਰ ਲੋਕਤਾਂਤਰਿਕ ਸਮਾਜ ਲਈ ਬਹੁਤ ਹੀ ਜ਼ਰੂਰੀ ਹਨ। ਹੁਣ ਆਪਾਂ ਡਿਟੇਲ ਗੱਲ ਕਰਾਂਗੇ ਸਿਵਲ ਰਾਈਟਸ ਦੀ। ਦੇਖੋ ਟੌਪਿਕ ਆ ਜਾਂਦਾ ਹੈ, ਜੇ ਇਕੱਲੇ ਸਿਵਲ ਰਾਈਟਸ ਤੇ ਆ ਜਾਂਦਾ ਹੈ ਤਾਂ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਸਿਵਲ ਰਾਈਟਸ ਜਿਹੜੇ ਨੇ ਉਹ ਲੀਗਲ ਨੇ ਤੇ ਸੋਸ਼ਲ ਰਾਈਟਸ ਨੇ ਦੈਟ ਐਨਸ਼ੋਰ ਇਕੁਐਲਿਟੀ ਹੈ, ਫਰੀडम ਹੈ, ਜਸਟਿਸ ਹੈ। ਇਹਦੇ ਵਿੱਚ ਕੀ ਹੈ ਕਿ ਰਾਈਟ ਹੈਲਪ ਕਰਦੇ ਨੇ ਵਿਅਕਤੀ ਨੂੰ ਪ੍ਰੋਟੈਕਟ ਕਰਨ ਦੀ ਫਰੋਮ ਡਿਸਕ੍ਰਿਮੀਨੇਸ਼ਨ, ਯਾਨੀ ਭੇਦਭਾਵ ਤੋਂ, ਇਨਜਸਟਿਸ ਤੋਂ, ਅਨਿਆਂ ਤੋਂ ਜਾਂ ਆਪਰੇਸ਼ਨ ਤੋਂ। ਕੋਈ ਵੀ ਸਾਨੂੰ ਦਬਾਅ ਨਹੀਂ ਪਾ ਸਕਦਾ। ਅਨਲਿਕ ਹਿਊਮਨ ਰਾਈਟ। ਹੁਣ ਕੁਐਸਚਨ ਹੈ ਸਿਵਲ ਰਾਈਟ ਤੇ ਹਿਊਮਨ ਰਾਈਟਸ ਕੀ ਫਰਕ ਹੈ। ਹਿਊਮਨ ਰਾਈਟ ਜਿਹੜੇ ਹੈ ਉਹ ਆਲ ਪੀਪਲ ਦੇ ਉੱਤੇ ਲਾਗੂ ਹੁੰਦੇ ਨੇ। ਸਿਵਲ ਰਾਈਟ ਤੇ ਹਿਊਮਨ ਰਾਈਟ ਦੇ ਵਿੱਚ ਫਰਕ ਕੀ ਹੈ। ਸਿਵਲ ਰਾਈਟ ਜਿਹੜੇ ਨੇ ਉਹ ਹਿਊਮਨ ਰਾਈਟ ਜਿਹੜੇ ਨੇ ਆਲ ਪੀਪਲ ਤੇ, ਯਾਨੀ ਸਾਰੇ ਕੰਟਰੀਜ਼ ਤੇ ਸਮਾਨ ਰੂਪ ਵਿੱਚ ਲਾਗੂ ਹੋਣਗੇ। ਉਹਦੇ ਵਿੱਚ ਨੈਸ਼ਨੈਲਿਟੀ ਦਾ ਧਿਆਨ ਨਹੀਂ ਰੱਖਿਆ ਜਾਏਗਾ। ਪਰ ਸਿਵਲ ਰਾਈਟਸ ਜਿਹੜੇ ਨੇ ਉਹਦੇ ਕਿਸੇ ਦੇਸ਼ ਦੇ ਹਿਸਾਬ ਨਾਲ, ਇੱਕ ਕੰਟਰੀ ਦੇ ਲੀਗਲ ਹਿਸਾਬ ਨਾਲ ਜੁੜੇ ਹੋਏ ਨੇ, ਲੀਗਲ ਸਿਸਟਮ ਨਾਲ ਜੁੜੇ ਹੋਣਗੇ। ਸੋ ਹਿਊਮਨ ਰਾਈਟ ਜਿਹੜੇ ਨੇ ਉਹ ਸਾਰੇ ਦੇਸ਼ਾਂ 'ਚ ਸੇਮ ਹੋਣਗੇ, ਪਰ ਸਿਵਲ ਰਾਈਟ ਜਿਹੜੇ ਨੇ ਉਹ ਸੇਮ ਨਹੀਂ ਹੋ ਸਕਦੇ। ਸਿਵਲ ਰਾਈਟ ਜਿਹੜੇ ਹੈ ਕਿਸੇ ਵੀ ਇੱਕ ਕੰਟਰੀ ਦੇ ਨਾਲ ਜੁੜੇ ਹੋਏ ਹੈ। ਇੱਕ ਕੰਟਰੀ ਦੇ ਵਿੱਚ ਜਿਹੜੇ ਦੇਸ਼ ਦੇ ਵਿੱਚ ਜਿਹੜੀ ਸਰਕਾਰ ਨੇ ਅਧਿਕਾਰ ਦਿੱਤੇ ਹੋਏ ਨੇ ਉਹ ਸਿਵਲ ਰਾਈਟ ਨੇ। ਪਰ ਹਿਊਮਨ ਰਾਈਟ ਪੂਰੇ ਵਰਲਡ ਦੇ ਵਿੱਚ ਸੇਮ ਹੈਗੇ ਨੇ। ਠੀਕ ਹੈ, ਦੋਨਾਂ ਦਾ ਕੰਪੈਰੀਜ਼ਨ ਕਰਨਾ ਵੀ ਆ ਸਕਦਾ ਹੈ, ਛੋਟਾ ਕੁਐਸਚਨ ਤੁਸੀਂ ਕਰ ਸਕਦੇ ਹੋ। ਸਿਵਲ ਰਾਈਟ ਦੇ ਫੀਚਰ ਕੀ ਹੈ। ਦੇਖੋ ਇਹਦੇ ਵਿੱਚ ਇੱਕ ਹੈ ਕਿ ਭੇਦਭਾਵ ਨਹੀਂ ਹੋਏਗਾ, ਇਕੁਐਲਿਟੀ, ਕਾਨੂੰਨ ਦੇ ਸਾਹਮਣੇ, ਲਾਅ ਦੇ ਸਾਹਮਣੇ ਸਭ ਬਰਾਬਰ ਹੋਣਗੇ, ਸਭ ਨੂੰ ਪਰਸਨਲ ਫਰੀडम ਹੋਏਗੀ, ਸਭ ਨੂੰ ਜਸਟਿਸ ਮਿਲੇਗਾ, ਸਭ ਨੂੰ ਪੋਲੀਟੀਕਲ ਪਾਰਟਿਸਿਪੇਸ਼ਨ ਦਾ ਹੱਕ ਮਿਲੇਗਾ। ਇਹ ਸਾਰੇ ਸਿਵਲ ਰਾਈਟ ਨੇ। ਜਿਵੇਂ ਰਾਈਟ ਟੂ ਇਕੁਐਲਿਟੀ ਹੋ ਗਿਆ, ਰਾਈਟ ਟੂ ਫਰੀडम ਆਫ ਸਪੀਚ ਹੋ ਗਿਆ, ਰਾਈਟ ਟੂ ਵੋਟ ਹੋ ਗਿਆ, ਰਾਈਟ ਟੂ ਪ੍ਰਾਈਵੇਸੀ ਹੋ ਗਿਆ, ਰਾਈਟ ਟੂ ਐਜੂਕੇਸ਼ਨ ਹੋ ਗਿਆ, ਰਾਈਟ ਟੂ ਫੇਅਰ ਟ੍ਰਾਇਲ ਹੋ ਗਿਆ। ਠੀਕ ਹੈ, ਇਹ ਸਾਰਾ ਤੁਸੀਂ ਧਿਆਨ ਰੱਖ ਲੈਣਾ ਕਿ ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਵੋਟ ਪਾਉਣ ਦਾ ਅਧਿਕਾਰ, ਪ੍ਰਾਈਵੇਸੀ ਦਾ ਅਧਿਕਾਰ, ਇਹ ਸਾਰੇ ਦੇ ਸਾਰੇ ਨੀਚੇ ਪੰਜਾਬੀ 'ਚ ਵੀ ਦਿੱਤੇ ਗਏ ਨੇ ਤੁਹਾਨੂੰ। ਠੀਕ ਹੈ, ਐਵੋਲੂਸ਼ਨ ਐਂਡ ਹਿਸਟਰੀ ਆਫ ਸਿਵਲ ਰਾਈਟ। ਸਿਵਲ ਰਾਈਟ ਦੀ ਹਿਸਟਰੀ ਦੇਖੀਏ ਤਾਂ ਪੁਰਾਣੇ ਟਾਈਮ 'ਚ ਗ੍ਰੀਸ ਤੇ ਰੋਮ 'ਚ ਸਿਰਫ ਫ੍ਰੀ ਸਿਟੀਜ਼ਨ ਨੂੰ, ਫ੍ਰੀ ਮੈਨ ਨੂੰ ਮਿਲਦਾ ਹੁੰਦਾ ਸੀ, ਦਾਸਾਂ ਨੂੰ ਨਹੀਂ ਮਿਲਦਾ ਹੁੰਦਾ ਸੀ, ਜਿਹੜੇ ਸਲੇਵ ਸੀਗੇ।
फिर मीਡੀਏਵਲ यूरोप च ਇਹ रिस्ट्रिक्टेड हो गया नोबिलिटी वास्ते ते कॉमन पीपल हैड लिमिटेड राइट। ठीक, आम लोगों ਨੂੰ ਘੱਟ ਸੀ। ਅਮਰੀਕਾ ਦੇ ਸਿਵਲ ਰਾਈਟ ਮੂਵਮੈਂਟ 1950 ਤੋਂ 60 ਦੇ ਵਿੱਚ ਹੋਇਆ, ਜਿੰਦੇ ਵਿੱਚ ਰੋਜ਼ਾ ਪਾਕ ਹੈ, ਮਾਰਟਿਨ ਲੂਥਰ ਹੈ, ਇਹਨਾਂ ਨੇ ਇਸ ਨੂੰ ਪ੍ਰਮੋਟ ਕੀਤਾ। ਠੀਕ ਹੈ, 1964 ਦੇ ਵਿੱਚ ਇਹ ਐਕਟ ਬਣਿਆ। ਵੋਟਿੰਗ ਰਾਈਟ ਐਕਟ 1965 ਚ ਬਣਿਆ। ਇੰਡੀਆ ਸਟਰਗਲ ਫॉर ਸਿਵਲ ਰਾਈਟ, ਪ੍ਰੀ ਇੰਡੀਪੈਂਡੈਂਸ ਦੇਖੀਏ ਤਾਂ ਮੂਵਮੈਂਟ ਅਗੇਂਸਟ ਬ੍ਰਿਟਿਸ਼ ਕੋਲੋਨੀਅਲ ਰੂਲ, ਨॉन ਕੋਆਪਰੇਸ਼ਨ ਮੂਵਮੈਂਟ ਆਇਆ ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ। ਪੋਸਟ ਇੰਡੀਪੈਂਡੈਂਸ ਦੇ ਵਿੱਚ ਅਸੀਂ ਇਹ ਦੇਖਿਆ ਕਿ ਪ੍ਰੋਟੈਕਸ਼ਨ ਹੋਇਆ ਮਾਰਜਨਲਾਈਜ਼ਡ ਜਿਹੜੇ ਦਲਿਤ ਵਰਗ ਹੈ ਉਹਨਾਂ ਲਈ। ਵੂਮਨ ਜਿਹੜੀਆਂ ਹੈ ਉਹਨਾਂ ਨੂੰ ਪ੍ਰੋਪਰ ਇਕੁਅਲ ਪੇ, ਵੋਟਿੰਗ ਰਾਈਟ ਮਿਲੇ, ਰਿਪਰੋਡਕਟਿਵ ਰਾਈਟ ਮਿਲੇ। ਠੀਕ ਹੈ ਨਾ। ਸੋ ਇੰਪੋਰਟੈਂਟ ਫਿਗਰ ਜਿਹੜੇ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਐਮੇਲਾਈਨ ਪੈਂਕਹਰਸਟ ਹੈ। ਠੀਕ ਹੈ, ਫੋਰਨ ਦੇ ਵਿੱਚ ਜੇ ਹੁਣ ਕੀ ਹੈ ਐਡਵੋਕੇਟ LGBTQ ਕੀ ਹੈ प्लस राइट मूवमेंट। एडवोकेट एक LGBTQ प्लस राइट मूवमेंट की है कि ये मैरिज इक्वलिटी की गल करता है, एंटी डिस्क्रिमिनेशन लॉ की गल करता है, जेंडर आइडेंटिटी की गल करता है, लीगलाइजेशन ऑफ सेम सैक्स मैरिज की भी लैंडमार्क अचीवमेंट अंदर रहा है। सिविल राइट इन डिफरेंट कंट्रीज अलग अलग ने, जिमें फस्ट अमेंडमेंट आप देखिए सिविल राइट दे आप देखिए अंदोलन दे विच पहली बारी अमेंडमेंट होया एंड फिर एक्ट बनया 64 दे विच, जिस दे विच भेदभाव खत्म किया गया। वोटिंग राइट एक्ट बनया कि सब नूं वोट बराबर मिलेगा, वोट पाने का अधिकार। इंडिया दे विच देखिए तो साडे आर्टिकल जिहड़े ने बहुत बहुत इंपॉर्टेंट ने, जिवें आर्टिकल 14 तो 18 का संबंध साडे राइट टू इक्वलिटी नाल है, समानता दे अधिकार नाल है। इक्वल इहदे विच सारे कानून दे सामने समान ने, किसी भी जाति धर्म भेदभाव नहीं होएगा। 19 तो 22 राइट टू फ्रीडम है। ठीक है, इहदे विच फ्रीडम ऑफ स्पीच आ जाता है, फ्रीडम ऑफ मूवमेंट आ जाता हैगा। 19 आर्टिकल का संबंध साडे विचारां दी अभिव्यक्ति दी स्वतंत्रता नाल है। 31 आर्टिकल तो खत्म हो गया, 32 आर्टिकल जिहड़ा है उसका संबंध कॉन्स्टिट्यूशनल रैमेडीज यानी संविधानिक उपचारां दे अधिकार नाल है, जिस राही असीं अपने अधिकारां दा प्रयोग करते हुए अपने जे कोई अधिकार खो लैंदा तो असीं कोर्ट दे विच रिट भी कर सकते हैं, तो कोर्ट साडे अधिकारां दी रक्षा भी करती है। प्रोटैक्शन ऑफ सिविल राइट एक्ट 1955 च बनया, जिस राही एबोलिशन ऑफ अनटचेबिलिटी यानी भारत विच छूआछूत का अंत होया। देखो पहले की सीगा भारत दे विच आपां कहने एक वर्ण व्यवस्था के हिसाब नाल पहले कर्म के आधार पर सी, फिर ये जाति के आधार पर बन गई। जाति के आधार पर जे व्यवस्था बनी वर्ण व्यवस्था, तो ब्राह्मण क्षत्रिय वैश्य शूद्र सी, शूद्र जिहड़े ने हैगे सीगे उन्होंने जो शहर दे विच आंदे सी ते डंका वजाया दिता जाता सी कि कोई भी हथ नहीं टच नहीं करेगा, क्योंकि उन्होंने एवें सीगा कि ये अनटचेबल ने। सो ये जिहड़ा एक्ट बनया इस राही भारत विच छूआछूत का अंत किया गया, जिस राही भारत विच ये कह मतलब हुण जे आपां इसी इस तरह की कोई हरकत करते हैं कि अनटचेबल उन्होंने ठहराने हैं तो वो दे कैन मूव टू कोर्ट ते सानू सज़ा भी हो सकती है। सो ये 1955 च बनया। सिविल राइट इन द यूके देखिए तो मैग्ना कार्टा बिल पास होया 1215 दे विच, और फस्ट डॉक्यूमेंट टू लिमिट द पावर, ये वर्ल्ड का सब तो पहला डॉक्यूमेंट सी जिस राही राजे के अधिकारों के उत्ते रोक लगी। मैग्ना कार्टा एक बिल सी है ना, और ये पास होया जिस राही लोगों को अधिकार मिले तो जिहड़ा राजा सी उहदे अधिकारों के उत्ते रोक लगाएगी। ह्यूमन राइट एक्ट 1998 च बनया, जिसका सिविल लिबर्टीज यूके का दस रहे हैं, अलग अलग कंट्रीज का ने। अफ्रीका दे विच एपार्थीड आया, जिस दे विच रेशियल सैग्रीगेशन लॉ बनया, जिहड़े गोरे काले का भेद सी दक्षिण अफ्रीका दे विच आपां कह सकते हैं रंग भेद की नीति सी, उस दे उत्ते 48 तो 94 तक का ये टाइम रहा। फिर नेल्सन मंडेला ने इस अगेंस्ट स्ट्रगल किया, तो फिर एंड भी होया एपार्थीड का। ठीक है, लीगल प्रोटैक्शन ऑफ सिविल राइट की गल करिए तो कानून का की रोल है कि सिविल राइट्स की रक्षा की जाती है। जिमें पहला तो हैगा जुडिशियल रिव्यू। जुडिशियल रिव्यू जिमें मैं तुहानूं पहले भी दस्सिया सी, जुडिशियल रिव्यू इज द प्रोसैस थ्रू विच courts have power to interpret the law, and also it can interrupt the working of the legislature, क्योंकि legislature जे कोई कानून बनाउंदी हैगी ते वो कानून जिहड़ा है वो जनता के अधिकारां दे अगेंस्ट हैगा, ते उस नूं वो जिहड़ा है बिल्कुल और बिल्कुल उस उत्ते रोक लगा सकती है जुडिशरी।
ਸੋ ਇਹ ਬਹੁਤ ਹੀ ਅੱਛਾ ਰਾਈਟ ਦਿੱਤਾ ਗਿਆ ਹੈ ਜੁਡੀਸ਼ੀਅਲ ਰਿਵਿਊ ਦਾ। ਜੁਡੀਸ਼ੀਅਲ ਰਿਵਿਊ ਦੇ ਕਾਰਨ ਰਾਈਟਸ ਜਿਹੜੇ ਨੇ ਉਹ ਸਿਕਿਉਰ ਰਹਿੰਦੇ ਨੇ। ਇਹਨੂੰ ਪੰਜਾਬੀ 'ਚ ਨਿਆਇਕ ਪੁਨਰੀਖਣ ਵੀ ਆਖ ਦਿੰਦੇ ਨੇ, ਪਬਲਿਕ ਇੰਟਰਸਟ ਲਿਟੀਗੇਸ਼ਨ। ਇਹਦੇ ਨਾਲ ਕੀ ਹੈ, PIL ਅਸੀਂ ਐਵੇਂ ਨਹੀਂ ਹੈ ਕਿ ਮਾਮਲਾ ਸਿਰਫ ਸਾਡੇ ਨਾਲ ਜੁੜਿਆ ਹੈ ਦੈਨ ਵੀ ਹੈਵ ਰਾਈਟ ਟੂ ਮੂਵ ਟੂ ਕੋਰਟ, ਇਹ ਗੱਲ ਨਹੀਂ ਹੈਗੀ ਕਿ ਸਾਡੇ ਨਾਲ ਜੁੜਿਆ ਹੋਇਆ ਤਦ ਹੀ ਅਸੀਂ ਜਾ ਸਕਦੇ ਹਾਂ, ਬਲਕਿ ਐਸੀ ਸਾਨੂੰ ਲੱਗਦਾ ਹੈਗਾ ਜੇ ਕੋਈ ਹੋਰ ਵਿਅਕਤੀ ਹੈਗਾ ਜਿਸ ਨਾਲ ਗਲਤ ਹੋ ਰਿਹਾ ਹੈ, ਸੁਸਾਇਟੀ 'ਚ ਗਲਤ ਹੋ ਰਿਹਾ, ਦੈਨ ਅਸੀਂ PIL उसदे विच अप्लाई कर सकते हैं। ठीक है, गवर्नमेंट लॉ की गल करिए तो लॉ इनफोर्समेंट है, पुलिस से होर एजेंसीज ने जड़ियाँ कि सिविल राइट्स की रक्षा करदियां ने। गवर्नमेंट पास करती है लॉ ताकि सिविल राइट्स जिहड़े है उन्हां दी प्रोटेक्ट किया जाए। जिवें कि सानू RTI पाण दा अधिकार है, असीं किसी भी गवर्नमेंट ऑफिशियल सानू नहीं वो सूचना दे रहा है, सानू कुछ नहीं दस रहा भी है। यूनाइटेड नेशंस जिहड़े ने वो भी सिविल राइट्स नू प्रोटेक्ट करती है। यूनाइटेड नेशंस तुहानू पता ही है संयुक्त राष्ट्र संघ यूनीवर्सल डैक्लेरेशन ऑफ ह्यूमन राइट 1948 ਦੇ ਵਿੱਚ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕੁਝ ਸਟੈਂਡਰड्स डिसाइड कर ਦਿੱਤੇ सिविल राइट ਦੇ, जिस ਦੇ ਰਾਹੀਂ ਉਹਨਾਂ ਨੇ सिविल राइट्स ਦੇ कुछ स्टैंडर्ड्स डिसाइड ਕੀਤੇ। ਜਿਹੜੀਆਂ ਗੱਲਾਂ ਮੈਂ ਬੋਲਦੀ ਹਾਂ ਨਾ ਇਹਨਾਂ ਨੂੰ ਤੁਸੀਂ ਐਕਸਪਲੇਨ ਕਰਨ ਵਾਸਤੇ ਇੱਦਾਂ ਹੀ ਲਿਖ ਦੇਣਾ। इंटरनेशनल कन्वेंशन कॉवेनेंट ऑन सिविल एंड पॉलिटिकल राइट्स ICCPR 1966 से पास हुई, जिसका इंश्योर राइट लाइक फेयर ट्रायल है, फ्री स्पीच है, इन्होंने राइट्स नू इन्हें इंश्योर किया। चैलेंज की ने सिविल राइट के सामने, सो डिस्क्रिमिनेशन है हले भी हो रहा है, कास्टिज्म है, रेसिज्म है, जेंडर बायस है, हाले भी चल रहे हैं। हालांकि इन्ना कुछ है एंड उसनू खत्म करना एंड बहुत वड्डी ड्यूटी बन जाती है। गवर्नमेंट सप्रेशन की गल करिए, रिस्ट्रिक्शन ऑन द फ्री स्पीच है, पॉलिटिकल डिसेंट है, प्रोटेस्ट होंदे ने। सो ये देखो तुसीं इहदे हुण चैलेंज है, पुलिस ब्रूटैलिटी है, पुलिस कई बार मिसयूज़ करती है फोर्सेस का, इलीगल डिटेंशन भी बहुत बारी हो जाती है, वायलेंस भी हो जाती है। मैनू ध्यान हैगी, मैं मेरे नाल आप दे नाल बीती हुई घटना कोविड का टाइम चल रहा सी, उदों तो बहुत ज़्यादा इस दे विच आपां ये नहीं कहते मैं किसी दी कोई किसी ग्रुप नू या किसी क्लास नू मैं इहदे च एलीगेट नहीं करना चाहती, पर बहुत बारी एवें हुंदा हैगा कि असीं दोषी नहीं भी हुंदे तां भी साडे नाल कुछ कई बारी हो जाता हैगा। ये चीज़ां कोविड के टाइम बहुत देखियां भी गई सी, और बहुत जगह तो मैं इस तरह भी देखा कि लोग झूठियां शिकायतां पुलिस नूं कर दिंदे सी, और पुलिस जिहड़ा है उन्हां शिकायतां दे पिछे लग जाती सी। बहुत बारी इदां भी हो जाता हैगा। सो वायलेशन ऑफ प्राइवेसी, साइबर थ्रैट्स हो रहे हैं, है ना, ऑनलाइन सर्विलियंस के कारण प्राइवेसी नहीं रह रही, लोगों के विच अवेयरनैस घट है, पिंडां दे विच जिहड़ियां चीज़ां फैसिलिटीज़ दित्तियां जा रही ने वो लोग लै ही नहीं रहे। ठीक है ना, केस स्टडी की गल करिए, जिमें ब्लैक लाइव्स मैटर है, USA दे विच होया, इहदे विच पुलिस वायलेंस किया उसने, है ना, अफ्रीकन्स के अगेंस्ट। फिर प्रोटेस्ट हुए, लोगों ने प्रोटेस्ट किया, जॉर्ज फ्लॉयड नूं 2020 मार दिता, है ना। तो पुलिस रिफॉर्म जिहड़ा होया, ये जो लिखो ना लिखो ये तुहाडी इच्छा है। स्टडी केस स्टडी फार्मर प्रोटेस्ट इंडिया दे विच होया, अज भी देखो चल रही है ये गल कि रस्ते रोके हुए ने। फार्मर्स प्रोटेस्ट अगेंस्ट कंट्रोवर्शियल फार्म लॉ है। सिविल राइट एस्पैक्ट जिहड़े आपां देखने लोगों को अधिकार है प्रोटेस्ट करन दा। गवर्नमेंट रिपील्ड द लॉज इन रिस्पोंस टू मास प्रोटेक्शन हुंदा है कि गवर्नमेंट ने कीता, उसनूं फार्मर लॉ जिहड़ा है उसनूं वापस लीता। सोल्यूशन एंड वे फॉरवर्ड, हुण गल ये कि समस्यावां तां असीं देख लियां कि बहुत बारी लड़ाइयां झगड़े फैलदे ने, तो असीं कहने हैं सिविल राइट्स नूं जे असीं स्ट्रैंथनिंग करना चाहते हैं, गवर्नमेंट दियां सोसाइटीज़ नूं बड़ा प्रोएक्टिव स्टैप लेने चाहिए ने, स्ट्रोंगर लीगल फ्रेमवर्क होना चाहिए है, स्ट्रिक्टर एंटी डिस्क्रिमिनेशन लॉ होने चाहिए ने, जुडिशियल रिफॉर्म होने चाहिए ने, है ना, ट्रायल फास्टर एजुकेशन अवेयरनैस होनी चाहिए, स्कूलों के भी मीडिया भी सानू अवेयरनैस जगावे, इंटरनेशनल कोऑपरेशन होना चाहिए। सो इस तरह असीं सिविल राइट्स नू बचा सकते हैं। सो यही चीज़ पंजाबी च नागरिक अधिकार का अर्थ अते परिभाषा। नागरिक अधिकार वो अधिकार हैं जो सब व्यक्तियों को कानूनी और समाजिक रूप में सुरक्षा। बहुत ईजी लैंग्वेज है, इस तो ईजी लैंग्वेज तुहानू नहीं मिल सकती। ठीक है,
ਤਾਂ ਸੁਰੱਖਿਆ, ਸਮਾਨਤਾ ਤੇ ਨਿਆਂ ਪ੍ਰਦਾਨ ਕਰਦੇ ਹਨ। ਇਹ ਅਧਿਕਾਰ ਸਰਕਾਰ ਜਾਂ ਹੋਰ ਲੋਕਾਂ ਵੱਲੋਂ ਹੋਣ ਵਾਲੇ ਭੇਦਭਾਵ, ਜ਼ੁਲਮ ਜਾਂ ਅਨਿਆਂ ਆਪਾਂ ਕਹਿੰਦੇ ਹਾਂ ਅਨਿਆਂ ਤੋਂ ਰੱਖਿਆ ਕਰਦੇ ਹਨ। ਨਾਗਰਿਕ ਅਧਿਕਾਰ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਜਿਵੇਂ ਭੇਦਭਾਵ ਤੋਂ ਰੱਖਿਆ ਹੁੰਦੀ ਹੈ, ਕਾਨੂੰਨ ਅੰਦਰ ਸਮਾਨਤਾ ਹੈ, ਵਿਅਕਤੀਗਤ ਆਜ਼ਾਦੀ ਹੈ, ਬੋਲਣ ਦੀ, ਨਿਆਂ ਦੀ ਪਹੁੰਚ ਹੈ, ਨਿਰਪੱਖ ਅਤੇ ਨਿਆਂਪੂਰਕ ਸੁਰੱਖਿਆ। ਮਤਲਬ ਬਿਲਕੁਲ ਐਵੇਂ ਹੀ ਪੜ੍ਹਨਾ ਹੈ ਤੁਸੀਂ। ਮੁਕੱਦਮਿਆਂ ਦਾ ਹੱਕ ਹੈ। ਅਧਿਕਾਰ ਕੀ ਹੈ? ਸਮਾਨਤਾ ਦਾ ਅਧਿਕਾਰ ਹੈ ਤਾਂ ਮਤਲਬ ਕੋਈ ਵੀ ਵਿਅਕਤੀ ਜਾਤ, ਧਰਮ ਜਾਂ ਲਿੰਗ ਆਧਾਰਿਤ ਭੇਦਭਾਵ ਤੋਂ ਮੁਕਤ ਹੋਵੇਗਾ। ਬੋਲਣ ਦੀ ਆਜ਼ਾਦੀ ਹੋਵੇਗੀ। ਮਤ ਦਾਤਾ ਦਾ ਹੱਕ ਹੋਏਗਾ। ਗੋਪਨੀਯਤਾ ਦਾ ਵੀ ਹੱਕ ਹੋਏਗਾ। ਆਪਣੀਆਂ ਪ੍ਰਾਈਵੇਟ ਰੱਖ ਸਕਦੇ ਹਾਂ ਗੱਲਾਂ, ਇਹ ਨਹੀਂ ਹੈ ਕਿ ਸਾਰਿਆਂ ਨੂੰ ਸਾਰੀਆਂ ਗੱਲਾਂ ਦੱਸਣੀਆਂ ਜ਼ਰੂਰੀ ਨੇ। ਸੋ ਨਾਗਰਿਕਤਾ ਦੇ ਅਧਿਕਾਰ ਦਾ ਇਤਿਹਾਸ ਕਹੀਏ ਤੇ ਪੁਰਾਤਨ ਅਤੇ ਮੱਧਕਾਲ ਤੋਂ ਆਪਾਂ ਗੱਲ ਕਰੀਏ ਤਾਂ ਪੁਰਾਤਨ ਗ੍ਰੀਸ ਤੇ ਰੋਮ ਦੇ ਵਿੱਚ ਸਿਰਫ ਔਰ ਸਿਰਫ ਮੁਕਤ ਨਾਗਰਿਕਾਂ ਨੂੰ ਇਹ ਅਧਿਕਾਰ ਸੀ ਤੇ ਪੁਰਸ਼ਾਂ ਨੂੰ ਹੀ ਸੀ। ਔਰ ਮੱਧਕਾਲ ਦੇ ਵਿੱਚ ਸਿਰਫ ਰਾਜਸੀ ਅਤੇ ਉੱਚ ਜਾਤੀਆਂ ਨੂੰ ਹੀ ਸੀ। ਆਧੁਨਿਕ ਨਾਗਰਿਕ ਅਧਿਕਾਰ ਸੰਘਰਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ ਵਿੱਚ ਨਾਗਰਿਕ ਅਧਿਕਾਰ ਅੰਦੋਲਨ 50 ਤੋਂ 60 ਤੱਕ ਚੱਲਿਆ, ਜਿਸ ਦੇ ਵਿੱਚ ਰੰਗ ਭੇਦ ਦੇ ਖਿਲਾਫ ਸੰਘਰਸ਼ ਕੀਤਾ ਗਿਆ। ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਰੋਜ਼ਾ ਪਾਰਕਸ ਨੇ ਮਹੱਤਵਪੂਰਨ ਭੂਮਿਕਾ ਇਸ ਵਿੱਚ ਨਿਭਾਈ। ਤਾਂ 1964 ਦੇ ਵਿੱਚ ਸਿਵਲ ਰਾਈਟ ਐਕਟ ਪਾਸ ਹੋਇਆ ਤੇ 1965 ਦੇ ਵਿੱਚ ਵੋਟਿੰਗ ਰਾਈਟ ਐਕਟ 2 ਪਾਸ ਹੋਏ। ਸੋ ਭਾਰਤ ਵਿੱਚ ਨਾਗਰਿਕਤਾ ਦੇ ਅਧਿਕਾਰ ਦੇ ਸੰਘਰਸ਼ ਨੂੰ ਗੱਲ ਕਰੀਏ ਤਾਂ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਰਾਜ ਖਿਲਾਫ ਗੈਰ ਸਹਿਯੋਗ ਅੰਦੋਲਨ ਆਪਾਂ ਕਹਿ ਸਕਦੇ ਹਾਂ। ਭਗਤ ਸਿੰਘ, ਗਾਂਧੀ ਜੀ ਆਦਿ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਵਿੱਚ ਅਨਟੱਚੇਬਿਲਿਟੀ ਨੂੰ ਖਤਮ ਕੀਤਾ ਗਿਆ। SC ST ਤੇ ਪਿਛੋਕੜੀਆਂ ਜਾਤੀਆਂ ਦੇ ਰਾਖਵੇਂਕਰਨ ਦੀਆਂ ਯੋਜਨਾਵਾਂ ਵੀ ਬਣਾਈਆਂ ਗਈਆਂ। ਨਾਗਰਿਕ ਅਧਿਕਾਰ ਵੱਖ-ਵੱਖ ਦੇਸ਼ਾਂ ਵਿੱਚ, ਜਿਵੇਂ ਕਿ ਭਾਰਤ ਵਿੱਚ ਨਾਗਰਿਕ ਅਧਿਕਾਰਾਂ ਦੀ ਗੱਲ ਕਰੀਏ ਤਾਂ ਭਾਰਤ ਦਾ ਸੰਵਿਧਾਨ 1950 ਤੇ ਕਈ ਮੂਲ ਅਧਿਕਾਰ 50 ਚ ਲਾਗੂ ਹੋਇਆ ਸੀ ਨਾ, ਤੇ ਫੰਡਾਮੈਂਟਲ ਰਾਈਟਸ ਦਿੱਤੇ ਗਏ ਨੇ। ਜਿਵੇਂ ਆਰਟੀਕਲ 14 ਤੋਂ 18 ਦੇ ਵਿੱਚ ਸਮਾਨਤਾ ਦਾ ਹੱਕ ਹੈ, ਜਿਸ ਦੇ ਵਿੱਚ ਕਾਨੂੰਨ ਦੇ ਸਾਹਮਣੇ ਅਸੀਂ ਸਮਾਨ ਹਾਂ। ਸਾਡੇ ਨਾਲ ਕਿਤੇ ਵੀ ਭੇਦਭਾਵਾਂ, ਵਖਰੇਵਾਂ ਜਾਂ ਵਰਤੇਵਾਂ ਨਹੀਂ, ਆਪਾਂ ਵਿਤਕਰਾ ਨਹੀਂ ਕੀਤਾ ਜਾਵੇਗਾ। ਆਰਟੀਕਲ 19 ਤੋਂ 22 ਜਿਹੜਾ ਹੈ ਉਸ ਦੇ ਵਿੱਚ ਸਾਡੇ ਆਜ਼ਾਦੀ ਦੇ ਹੱਕ ਨੇ। ਬੋਲਣ ਦਾ, ਚੱਲਣ ਦਾ, ਸਮਾਂ ਬਣਾਉਣ ਦਾ, ਭਾਸ਼ਣ ਦੇਣ ਦਾ, ਅਖਬਾਰਾਂ 'ਚ ਆਰਟੀਕਲ ਛਾਪਣ ਦਾ ਸਾਨੂੰ ਪੂਰਾ ਅਧਿਕਾਰ ਹੈ। ਆਰਟੀਕਲ 32 ਕੋਈ ਵੀ ਵਿਅਕਤੀ ਆਪਣਾ ਅਧਿਕਾਰ ਖਤਮ ਹੋਣ ਤੇ ਸੁਪਰੀਮ ਕੋਰਟ ਜਾ ਸਕਦਾ ਹੈ, ਜਿਸ ਦੇ ਵਿੱਚ ਰਿਟਾਂ ਨੇ, ਸਰਸ਼ੀਰੇਰੀ ਹੈ, ਹੈਬਿਸ ਕਾਰਪਸ ਹੈ ਨਾ, ਮੈਡਮਸ ਹੈ। ਇਹ ਤੁਸੀਂ ਅੱਗੇ ਜਾ ਕੇ ਪੋਲੀਟੀਕਲ ਸਾਇੰਸ 'ਚ ਕਰੋਗੇ ਵੀ ਇਹ, ਪਰ ਤੁਹਾਨੂੰ ਇੱਥੇ ਇੰਨਾ ਹੀ ਦੱਸਣਾ ਹੈ ਕਿ ਜਿਹੜੀਆਂ ਆਪਣੀਆਂ ਇਹ ਹੈਗੀਆਂ ਨੇ। ਆਰਟੀਕਲ 32 ਜਿਹੜਾ ਹੈ ਉਸ ਦੇ ਵਿੱਚ ਅਸੀਂ ਆਪਾਂ ਕਰ ਸਕਦੇ ਹਾਂ ਪ੍ਰੋਟੈਕਸ਼ਨ ਆਫ ਸਿਵਲ ਰਾਈਟ ਐਕਟ ਜਿਹੜਾ ਹੈ ਆਪਾਂ ਕਹਿੰਦੇ ਹਾਂ 1950 ਦੇ ਵਿੱਚ ਹੋਇਆ ਕਿ ਅਨਟੱਚੇਬਿਲਿਟੀ ਨੂੰ, ਛੂਆ-ਛੂਤ ਨੂੰ ਖਤਮ ਕਰ ਦਿੱਤਾ ਗਿਆ। ਇਸੇ ਤਰ੍ਹਾਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਹੋਇਆ, ਬੋਲਣ ਤੇ ਧਰਮ ਦੀ ਆਜ਼ਾਦੀ ਮਿਲੀ। ਸਿਵਲ ਰਾਈਟ ਐਕਟ 1964 ਵਿੱਚ ਜਦੋਂ ਪਾਸ ਹੋਇਆ ਤਾਂ ਨਸਲੀ ਅਤੇ ਲਿੰਗ ਅਧਿਕਾਰੀ ਭੇਦਭਾਵ ਖਤਮ ਕਰ ਦਿੱਤਾ ਗਿਆ। UK ਦੇ ਵਿੱਚ ਮੈਗਨਾ ਕਾਰਟਾ ਬਿੱਲ ਵਾਜ਼ ਦਾ ਫਸਟ ਬਿੱਲ ਥਰੂ ਵਿਚ ਦ ਪਾਵਰਸ ਆਫ ਕਿੰਗ ਵਾਜ਼ ਆਪਾਂ ਕਹਿੰਦੇ ਹਾਂ ਬੈਂਡ। ਠੀਕ ਹੈ, ਕੁਛ ਉਹਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਉਹਦੀਆਂ ਸ਼ਕਤੀਆਂ ਨੂੰ ਸੀਮਿਤ ਕੀਤਾ ਗਿਆ। ਹਿਊਮਨ ਰਾਈਟ ਐਕਟ 1998 ਦੇ ਵਿੱਚ ਬਣਿਆ। ਨਿੱਜੀ ਜੀਵਨ, ਬੋਲਣ ਅਤੇ ਇਨਸਾਫ ਦੇ ਹੱਕ ਦੀ ਗਰੰਟੀ ਦਿੱਤੀ ਗਈ। ਨਾਗਰਿਕ ਅਧਿਕਾਰ ਦੀ ਰੱਖਿਆ ਦੀ ਗੱਲ ਕਰੀਏ ਤਾਂ ਅਦਾਲਤ ਦੀ ਕੀ ਭੂਮਿਕਾ ਹੈ? ਜੁਡੀਸ਼ੀਅਲ ਰਿਵਿਊ ਹੈ। ਕੋਈ ਵੀ ਅਸੰਵਿਧਾਨਿਕ ਕਾਨੂੰਨ ਰੱਦ ਕੀਤਾ ਜਾ ਸਕਦਾ ਹੈ। ਪਬਲਿਕ ਇੰਟਰਸਟ ਲਿਟੀਗੇਸ਼ਨ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਜੇਕਰ ਅਸੀਂ ਕਿਸੇ ਮਾਮਲੇ ਦੇ ਵਿੱਚ ਜੁੜੇ ਹੋਏ ਨਹੀਂ ਵੀ ਹੈਗੇ ਹਾਂ ਤਾਂ ਵੀ ਸਾਨੂੰ ਪੂਰਾ ਅਧਿਕਾਰ ਹੈ ਕਿ ਅਸੀਂ PIL ਉਸ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਠੀਕ ਹੈ, ਸੋ ਇਸ ਤਰ੍ਹਾਂ ਨਾਗਰਿਕ ਅਧਿਕਾਰ ਅੱਗੇ ਆਉਣ ਵਾਲੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਦੇਖ ਹੀ ਲਿੱਤੀਆਂ ਕਿ ਲੋਕ ਜਾਗਰੂਕ ਨੇ, ਸੰਵਿਧਾਨ ਹੱਕਾਂ ਦੀ ਉਲੰਘਣਾ ਹੁੰਦੀ ਹੈ ਔਰ ਅਨਵਾਜਬ ਦੀ ਬਲ ਦੀ ਵਰਤੋਂ ਹੁੰਦੀ ਹੈ। ਡਿਜੀਟਲ ਕ੍ਰਾਈਮ ਹੋ ਰਹੇ ਨੇ। ਇਸੇ ਤਰ੍ਹਾਂ ਸੰਭਾਵਨਾ ਦੇ ਵਿੱਚ ਭਵਿੱਖ ਕੀ ਹੈ? ਇਹਦੇ ਲਈ ਮਜ਼ਬੂਤ ਕਾਨੂੰਨੀ ਰਚਨਾ ਚਾਹੀਦੀ ਹੈ, ਅਦਾਲਤੀ ਸੁਧਾਰ ਚਾਹੀਦਾ ਹੈ, ਲੋਕਾਂ ਦੇ ਵਿੱਚ ਜਾਗਰੂਕਤਾ ਹੋਣੀ ਚਾਹੀਦੀ ਹੈ। ਇੱਥੇ ਮੈਂ ਇੰਨਾ ਲਿਖਦਾ, ਹੁਣ ਤੁਸੀਂ ਵੱਡੇ ਵੱਡੇ ਪੁਆਇੰਟ ਆਪੇ ਇਹਨਾਂ ਨੂੰ ਡਿਸਕ੍ਰਾਈਬ ਕਰ ਦਿਓ। ਕਰਨਾ ਕੀ ਹੈ? ਲੋਕਾਂ 'ਚ ਜਾਗਰੂਕਤਾ ਹੋਣੀ ਚਾਹੀਦੀ ਹੈ ਤਾਂ ਜੋ ਆਪਦੇ ਅਧਿਕਾਰਾਂ ਦੀ ਵਰਤੋਂ ਪੂਰੀ ਕਰ ਸਕਣ। ਜੇਕਰ ਲੋਕ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਗੇ ਹੀ ਨਹੀਂ ਤਾਂ ਫਿਰ ਉਹਨੂੰ ਕਿਵੇਂ ਯੂਜ਼ ਕਰਨਗੇ ਨਾ। ਠੀਕ ਹੈ, ਹਾਂ, ਤਾਂ ਇਹਦੇ ਵਿੱਚ ਆ ਜਾਊਗਾ ਅੱਗੇ ਤੁਸੀਂ ਸਿੱਟਾ ਲਿਖ ਲੈਣਾ। ਸੋ ਇਹ ਸੀ ਤੁਹਾਡਾ ਸਿਵਲ ਰਾਈਟ ਮੂਵਮੈਂਟ। ਔਰ ਵੱਡਾ ਕੁਐਸਚਨ ਆ ਜੇ ਦੈਨ ਯੂ ਹੈਵ ਰਾਈਟ ਟੂ ਇੰਕਰੀਜ਼ ਦਾ ਆਨਸਰ ਕਿਵੇਂ ਬਣਾਉਣਾ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਿੱਤਾ। ਬਟ ਮੇਰੇ ਬੱਚਿਓ ਕਦੇ ਵੀ ਪੂਰਾ ਪੈਰਾ ਨਾ ਯਾਦ ਕਰਿਆ ਕਰੋ, ਪੁਆਇੰਟਸ ਯਾਦ ਕਰਿਆ ਕਰੋ ਜਿਵੇਂ ਕਿ ਤੁਹਾਨੂੰ ਦਿੱਤੇ ਗਏ ਨੇ। ਠੀਕ ਹੈ, ਅਗਲਾ ਪੁਆਇੰਟ ਆਪਾਂ ਗੱਲ ਕਰਨੇ ਹਾਂ ਇਕਨੋਮਿਕ ਰਾਈਟਸ ਦਾ।
ਜੇਕਰ ਆਪਾਂ ਗੱਲ ਕਰੀਏ ਅਧਿਕਾਰਾਂ ਦੀ ਆਰਥਿਕ ਦੀ ਤੇ ਇਕੋਨੋਮਿਕ ਰਾਈਟ ਜਿਹੜੇ ਨੇ ਉਹ ਹਿਊਮਨ ਰਾਈਟ ਦੈਟ ਇਨਸ਼ੋਰ ਇੰਡੀਵਿਜੂਅਲ ਹੈਵ ਅਸੈਸ ਟੂ ਦਾ necessary resources and opportunities to maintain a decent standard of living। देखो ਇਕੋਨੋਮਿਕ ਰਾਈਟਸ ਉਹ ਹੁੰਦੇ ਨੇ ਜਿਹੜੇ ਮਨੁੱਖੀ ਅਧਿਕਾਰ ਹੈ ਉਹ ਵੀ, ਤੇ ਉਹ ਜਿਹੜੇ ਹੈ ਵਿਅਕਤੀ ਦੇ ਜਿਉਣ ਲਈ ਇੱਕ ਸਟੈਂਡਰਡ ਨੂੰ ਮੇਨਟੇਨ ਕਰਨ ਲਈ ਓਪਰਚੁਨਿਟੀਜ਼ ਨੂੰ ਬਰਾਬਰ ਮੌਕੇ ਦੇਣ ਦੇ ਤੋਂ ਸੰਬੰਧੀ ਹੈ। ਇਹ ਰਾਈਟ ਕਰੂਸ਼ੀਅਲ ਨੇ ਫॉर ਪ੍ਰਮੋਟਿੰਗ ਸੋਸ਼ਲ ਜਸਟਿਸ, ਇਕੋਨੋਮੀ ਇਕੁਐਲਿਟੀ ਐਂਡ ਓਵਰਆਲ ਡਿਵੈਲਪਮੈਂਟ ਇਨ ਸੋਸਾਇਟੀ। ਇਹ ਬੜੇ, ਕਿਉਂਕਿ ਦੇਖੋ ਆਰਥਿਕ ਅਧਿਕਾਰ ਦਾ ਮਤਲਬ ਇਹ ਹੈ ਕਿ ਇੱਕ ਬੰਦਾ ਸਾਰਾ ਦਿਨ ਕੰਮ ਕਰ ਰਿਹਾ ਤੇ ਇੱਕ ਬਿਲਕੁਲ ਨਹੀਂ ਕਰ ਰਿਹਾ, ਹਾਊ ਕੈਨ ਯੂ ਸਪੋਜ਼ ਕਿ ਸਾਰਿਆਂ ਨੂੰ ਬਰਾਬਰ ਪੈਸੇ ਮਿਲਣਗੇ ਨਾ। तो they are often linked to economic policies, social welfare and broader concept of socio-economic justice। सो एक ब्रॉडर कॉन्सैप्ट है, क्योंकि सोशियो इकोनॉमिक जस्टिस की भी गल करते, पर एवें भी नहीं असी कह सकते कि एक बंदा दिन रात मेहनत कर रहा है और एक जना सुता पिया तो सबनों पैसे बराबर मिलन, एवें तो नहीं हो सकता ना। सो डेफिनेशन करनी पेगी आपां नूं, उसनूं समझना पेगा कि की चीज़ इस दे विच है। सो डेफिनेशन देखने आप इकोनॉमिक राइट दी। तो इकोनॉमिक राइट्स रेफर टू द लीगल एंड मोरल एंटाइटलमेंट्स of individual that enable them to secure their basic economic needs। सो ये वो अधिकार ने जिहड़े मोरल जिहड़ियां कि वास्तव च लीगल भी ने, कानूनी भी ने ते नैतिक एंटाइटलमेंट्स हैगियां एक आम बंदे दियां जिहड़ियां जिस दे राहीं उसनूं प्रॉपर इकोनॉमिक राइट्स मिलदे ने। उन्होंने एम्पलॉयमेंट दिता जाता है, फेयर वेजिज मिलते हैं, प्रॉपर्टी का हक होंदा है, ऑनरशिप का ते सोशल सिक्योरिटी, ये सब राइट इस दे अंडर आ जाते हैं। जे आप डेफिनेशनस की गल करिए तो UN कहता है कि इकोनॉमिक राइट्स वो राइट ने जिहड़े कि एक इंडिविजुअल नूं, एक आम व्यक्ति नूं जिहड़ा है एनेबल करते हैं टू लिव विद द डिगनिटी, इज्जत मान नाल, पहचान नाल एंड एंश्योरिंग एसेस टू एम्पलॉयमेंट, उन्होंने एम्पलॉयमेंट देने का दी, फेयर वेजिज की ते सोशल सिक्योरिटी का अधिकार दवाते हैं। इसे तरह रॉल्स ने क्या है कि ये सोशल जस्टिस ते इक्वलिटी, इक्वल अपॉर्चुनिटी नूं महत्व देंदे ने। कार्ल मार्क्स ने की क्या है कि ये डायरैक्टेड टूवर्ड एलिमिनेटिंग क्लास, इहदे नाल जात भेद जिहड़ा है वो खत्म होवेगा। सो इन्हां चों कोई डेफिनेशन तुहानूं वधिया लगदी है जरूर कर लेना, इंग्लिश वाले इंग्लिश च कर लेना। मैं फिर तो दसना चाहांगी कि सारे नोट्स तुहानूं पंजाबी दे विच भी प्रोवाइड कीते गए ने, नीचे तुसीं पंजाबी दे विच देखोगे और पंजाबी च भी तुसीं लिख सकदे हो, बट यू हैव टू अंडरस्टैंड द कॉन्सैप्ट वेरी वेल, राइट। तो अगे गल करने आ इंपोर्टेंस ऑफ इकोनॉमिक राइट्स की गल। तो देखो बहुत ही जरूरी है, जेकर इकोनॉमिक राइट्स मिलणगे तां ही सोसाइटल स्टेबिलिटी होएगी, समाज स्थाई होएगा, गरीबी घटेगी, इकोनॉमिक इक्वलिटी आएगी। तो इंपोर्टेंस ऑफ इकोनॉमिक राइट दे विच की आ जांदा रिडक्शन ऑफ पावर्टी, गरीबी दूर होएगी, प्रमोशन ऑफ सोशल जस्टिस होएगा, समाजिक न्याय वधेगा, नवीं रिसोर्सिज बराबर डिस्ट्रीब्यूट होणगे, लोकां नूं वर्कर्स नूं एम्पावरमेंट मिलेगी, फेयर वेजिज होणगे, जॉब सिक्योरिटी होएगी। इकोनॉमिक डेवलपमेंट है स्ट्रेंथनिंग अ नेशंस इकोनॉमी थ्रू ह्यूमन रिसोर्स डेवलपमेंट। सो पॉलिटिकल स्टेबिलिटी भी रहेगी, क्योंकि देखो जो सारे खुश ने तो फिर राजनीति के विरुद्ध तो कोई बोलूगा नहीं ना। सो टाइप्स ऑफ इकोनॉमिक राइट की आप गल करने तो इकोनॉमिक राइट कैन बी ब्रॉडली क्लासीफाइड इनटू फॉलोइंग कैटेगरीज, जिवें राइट टू वर्क इस विच आ जाता है, काम करने का अधिकार हैगा, एवरी इंडिविजुअल हैज़ द राइट टू एम्पलॉयमेंट, गवर्नमेंट शुड प्रोवाइड जॉब अपॉर्चुनिटीज़, है ना, आर प्रिवेंट्स एक्सप्लॉयटेशन ऑफ वर्कर्स, राइट टू फेयर वेजेस की गल करिए तो वेजेस शुड भी सफिशेंट होने चाहिए ने, टू मेनटेन अ डिसेंट स्टैंडर्ड ऑफ लिविंग है, प्रोटेक्शन फ्रॉम अनफेयर वेजेस है होना चाहिए हैगा। इंटरनेशनल ऑर्गेनाइजेशन लाइक इंटरनेशनल लेबर ऑर्गेनाइजेशन है, ये सब इसका एडवोकेट करते हैं। राइट टू प्रॉपर्टी की गल करिए तो इंडिविजुअल हैव द राइट टू ओन एंड इनहेरिट प्रॉपर्टी, प्रोटेक्शन फ्रॉम अनलॉफुल ਆਪਾਂ ਕਹਿੰਦੇ ਆ ਕੌਨਫਿਸਕੇਸ਼ਨ ਆਫ ਪ੍ਰੋਪਰਟੀ, ਠੀਕ। ਇਹ ਸਾਰੇ ਇਹਦੇ ਵਿੱਚ ਆਉਂਦੇ ਨੇ। ਸੋਸ਼ਲ ਸਿਕਿਉਰਿਟੀ ਇਸ ਦੇ ਵਿੱਚ ਆ ਜਾਏਗੀ, ਐਜੂਕੇਸ਼ਨ ਸਕਿੱਲ ਡਿਵੈਲਪਮੈਂਟ ਵੀ, ਕਿਉਂਕਿ ਦੇਖੋ ਐਜੂਕੇਸ਼ਨ ਲਓਗੇ ਤਾਂ ਹੀ ਕਮਾਈ ਕਰੋਗੇ। ਪਾਰਟਿਸਿਪੇਟ ਇਨ ਇਕੋਨੋਮਿਕ ਡਿਸੀਜਨ ਮੇਕਿੰਗ ਦੇ ਵਿੱਚ ਵੀ ਵਰਕਰਸ ਸ਼ੁੱਡ ਹੈਵ ਅ ਸੇ ਇਨ ਵਰਕਪਲੇਸ ਪੋਲਿਸੀਜ਼, ਠੀਕ ਹੈ। ਔਰ ਰਾਈਟ ਟੂ ਰੀਜ਼ਨੇਬਲ ਵਰਕਿੰਗ ਆਵਰਸ ਸਾਰਿਆਂ ਦੇ ਲਈ ਬਰਾਬਰ ਹੋਣੇ ਚਾਹੀਦੇ ਨੇ। सो इकोनॉमिक राइट्स इन डिफरेंट पॉलिटिकल आइडियोलॉजी की गल देखिए कि लिबरल परस्पैक्टिव भी है, सोशल परस्पैक्टिव भी है, मार्क्सिस्ट
ਜੇ ਲਿਬਰਲ ਕਹਿੰਦੇ ਹਾਂ, ਉਦਾਰਵਾਦੀ ਦੇ ਵਿੱਚ ਕੀ ਹੁੰਦਾ ਹੈ ਕਿ ਫ੍ਰੀ ਮਾਰਕੀਟ ਦੀ ਗੱਲ ਕਰਦੇ ਆ, ਪ੍ਰਾਈਵੇਟ ਓਨਰਸ਼ਿਪ ਨੂੰ ਮਹੱਤਵ ਦਿੰਦੇ ਹੈ। ਗੌਰਮੈਂਟ ਦੀ ਇੰਟਰਵੈਂਸ਼ਨ, ਗੌਰਮੈਂਟ ਨੂੰ ਕਹਿੰਦੇ ਆ ਕਿ ਇਹਨੇ ਬਿਲਕੁਲ ਵੀ ਇੰਟਰਫੇਅਰ ਨਹੀਂ ਕਰਨਾ, ਘੱਟ ਕਰਨਾ। ਮਤਲਬ ਇਕੋਨੋਮਿਕ ਰਾਈਟ ਫੋਕਸ ਔਨ ਪ੍ਰੋਪਰਟੀ ਰਾਈਟ। ਸੋਸ਼ਲਿਸਟ ਆਪਾਂ ਕਹਿੰਦੇ ਹਾਂ ਸੋਸ਼ਲਿਸਟ ਪਰਸਪੈਕਟਿਵ 'ਚ ਦੇਖੀਏ ਤਾਂ ਇਹ ਕੰਟਰੋਲ ਕਰਦਾ ਹੈ, ਮੇਜਰ ਹੈ। ਸੋਸ਼ਲਿਸਟ ਪਰਸਪੈਕਟਿਵ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਕਹਿੰਦੇ ਕਿ ਸਟੇਟ ਦੀ ਕੰਟਰੋਲ ਹੋਣੀ ਚਾਹੀਦੀ ਹੈ ਇੰਡਸਟਰੀਜ਼ 'ਚ। ਮਾਰਕਸਿਸਟ ਕਹਿੰਦੇ ਨੇ ਕਿ ਨਹੀਂ, ਉਹ ਕਹਿੰਦੇ ਆ ਕਿ ਇਹ ਕਲਾਸ ਓਪਰੇਸ਼ਨ ਖਤਮ ਕਰਨਾ ਚਾਹੀਦਾ ਹੈ। ਸੋ ਤਿੰਨੋਂ ਅਲੱਗ-ਅਲੱਗ ਨੇ, ਤੁਹਾਨੂੰ ਇਹਨਾਂ ਦਾ ਕੰਪੈਰੀਜ਼ਨ ਵੀ ਆ ਸਕਦਾ ਹੈ ਕਿ ਇਕੋਨੋਮਿਕ ਇਕੁਐਲਿਟੀ 'ਤੇ ਕੌਣ ਗੱਲ ਕਰਦਾ ਹੈ, ਸੋਸ਼ਲਿਸਟ ਗੱਲ ਕਰਦੇ ਨੇ। ਤੋ ਪ੍ਰੋਪਰਟੀ ਦੇ ਰਾਈਟ ਤੇ ਇੰਡੀਵਿਜੂਅਲ ਇੰਟਰਪ੍ਰੀਨਿਓਰਸ਼ਿਪ ਦੀ ਗੱਲ ਕਰਦਾ ਹੈ ਲਿਬਰਲ। ਸੋ ਇਸ ਤਰ੍ਹਾਂ ਤਿੰਨਾਂ ਦਾ ਕੰਪੈਰੀਜ਼ਨ ਤੁਸੀਂ ਕਰ ਸਕਦੇ ਹੋ ਔਰ ਆ ਵੀ ਸਕਦਾ ਹੈ। ਸੋ ਇੰਡੀਆ ਕੌਂਸਟੀਟਿਊਸ਼ਨ ਦੀ ਗੱਲ ਕਰੀਏ, ਭਾਰਤ ਦੇ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟਸ ਪਾਰਟ 3 ਜਿਹੜਾ ਹੈਗਾ ਉਸਦੇ ਵਿੱਚ ਆਰਟੀਕਲ 19 ਦੇ ਵਿੱਚ ਅਸੀਂ ਕਿਤੇ ਵੀ ਆਪਦਾ ਪ੍ਰੋਫੈਸ਼ਨ ਕਰ ਸਕਦੇ ਹਾਂ, ਓਕਿਊਪੇਸ਼ਨ, ਟ੍ਰੇਡ, ਬਿਜ਼ਨਸ ਕਰ ਸਕਦੇ ਹਾਂ। ਇਹ ਸਾਡਾ ਫੰਡਾਮੈਂਟਲ ਰਾਈਟ ਹੈ ਜਿਹੜਾ ਇਕੋਨੋਮੀ ਤੋਂ ਰਿਲੇਟਡ ਹੈ। ਆਰਟੀਕਲ 21 ਜਿਹੜਾ ਹੈ ਸਾਨੂੰ ਜੀਵਨ ਕਮਾਉਣ ਦੇ, ਰੋਜੀ ਰੋਟੀ ਕਮਾਉਣ ਦਾ ਅਧਿਕਾਰ ਦਿੰਦਾ ਹੈਗਾ। ਔਰ 23 ਸਾਨੂੰ ਫੋਰਸ ਲੇਬਰ ਤੋਂ ਬਚਾਉਂਦਾ ਹੈ, ਯਾਨੀ ਸਾਡੇ ਤੋਂ ਧੱਕੇ ਨਾਲ ਕੰਮ ਕੋਈ ਨਹੀਂ ਕਰਾ ਸਕਦਾ। ਡਾਇਰੈਕਟਿਵ ਪ੍ਰਿੰਸੀਪਲ ਦੀ ਗੱਲ ਕਰੀਏ ਤਾਂ ਡਾਇਰੈਕਟਿਵ ਪ੍ਰਿੰਸੀਪਲਸ ਆਰ ਦੋਜ਼ ਪ੍ਰਿੰਸੀਪਲ ਵਿਚ ਆਰ to be assumed to be followed by the state। ठीक है, these are बिल्कुल और बिल्कुल नॉन जस्टिस ने। सरकार ਦੇ ਉੱਤੇ, ਰਾਜ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਕਿ ਇਹ ਅਧਿਕਾਰਾਂ ਨੂੰ ਇਹ ਡਾਇਰੈਕਟਿਵ ਪ੍ਰਿੰਸੀਪਲਸ ਨੂੰ ਫੋਲੋ ਕਰੇ। ਆਰਟੀਕਲ 36 ਤੋਂ 51 ਜਿਹੜੇ ਨੇ ਉਹਨਾਂ ਦਾ ਸੰਬੰਧ ਸਾਡੇ ਇਸੇ ਨਾਲ ਹੈ। ਆਰਟੀਕਲ 39 ਇਕੁਅਲ ਪੇ ਫॉर ਇਕੁਅਲ ਵਰਕ ਦੀ ਗੱਲ ਕਰਦਾ ਹੈਗਾ, DPSC ਪਾਰਟ 4 'ਚ ਹੈਗੇ ਸਾਡੇ ਆਰਟੀਕਲ 41। ਇਹ ਮੈਂ ਇੰਨੇ ਕੁ ਦੱਸੇ ਜਿਹੜੇ ਇਕਨੋਮਿਕਸ ਤੋਂ, ਇਕਨੋਮਿਕ ਰਾਈਟਸ ਤੋਂ ਰਿਲੇਟਡ ਨੇ। ਠੀਕ ਹੈ, ਸੋ ਲੇਬਰ ਲਾਅ ਇਨ ਇੰਡੀਆ ਜਿਹੜਾ ਹੈ 1948 'ਚ ਬਣਿਆ, ਜਿਸ ਦੇ ਵਿੱਚ ਮਿਨੀਮਮ ਵੇਜਸ ਐਕਟ ਬਣਿਆ ਕਿ ਇੰਨੀ ਘੱਟ ਤੋਂ ਘੱਟ ਤਨਖਾਹ ਹੋਣੀ ਚਾਹੀਦੀ ਹੈ। ਫੈਕਟਰੀ ਐਕਟ 1948 'ਚ ਬਣਿਆ ਜਿਹੜਾ ਕਿ ਪ੍ਰੋਟੈਕਟ ਕਰਦਾ ਹੈ ਵਰਕਰਸ ਦੀ ਹੈਲਥ ਨੂੰ, ਸੇਫਟੀ ਨੂੰ। ਤੇ ਦਾ ਇੰਡਸਟਰੀਅਲ ਡਿਸਪਿਊਟ ਐਕਟ 1947 ਦੇ ਵਿੱਚ ਬਣਿਆ, ਗਵਰਨਸ ਲੇਬਰ dispute। economic right in international context, several international organization and agreements protect economic right, ਜਿਵੇਂ universal declaration of human rights 1948 ਚ ਬਣਿਆ। ਠੀਕ ਹੈ, ਆਰਟੀਕਲ 23 right to work ਹੈ, for wages ਹੈ, ਆਰਟੀਕਲ 25 ਹੈ right to standard of living ਹੈ, international convent on economic, social and cultural right ਹੈ। ਠੀਕ ਹੈ, 1966 ਦੇ ਵਿੱਚ। ਇਸੇ ਤਰ੍ਹਾਂ ਚੈਲੰਜਸ ਕੀ ਨੇ? ਚੈਲੰਜ ਤੁਹਾਨੂੰ ਵੀ ਪਤਾ ਹੈ ਕਿ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਜਿਹੜਾ ਹੈ ਉਹ ਇੰਟਰਨੈਸ਼ਨਲ ਸਟੈਂਡਰਡ ਤੈਅ ਕਰਦੀ ਹੈ ਲੇਬਰਸ ਦੇ ਲਈ, ਵੇਜਸ ਦੇ ਤੈਅ ਕਰਦੀ ਹੈ ਕਿ ਇੰਨੇ ਘੱਟ ਤੋਂ ਘੱਟ ਮਿਲਣੇ ਹੀ ਚਾਹੀਦੇ ਨੇ। ਹੁਣ ਚੈਲੰਜ ਬਹੁਤ ਹੈ ਕਿਉਂਕਿ ਗਰੀਬੀ ਹੈ, ਐਕਸਪਲੋਇਟੇਸ਼ਨ ਹੋ ਰਿਹਾ ਹੈ ਗਰੀਬ ਵਰਕਰਸ ਦਾ, ਜੈਂਡਰ ਵੇਜ ਗੈਪ ਵੀ ਹੈ, ਲੇਡੀਜ਼ ਨੂੰ ਘੱਟ ਪੈਸੇ ਦਿੱਤੇ ਜਾਂਦੇ ਨੇ ਉਹੀ ਕੰਮ ਦੇ, ਜੈਂਟਸ ਨੂੰ ਜ਼ਿਆਦਾ ਦਿੱਤੇ ਜਾਂਦੇ ਨੇ। ਇਨਫੋਰਮਲ ਆਪਾਂ ਕਹਿੰਦੇ ਹਾਂ ਇਕੋਨੋਮੀ ਹੈ, ਹਰ ਬਹੁਤ ਸਾਰੇ ਵਰਕਰ ਜਿਹੜੇ ਹੈ ਉਹ ਅਨਰੈਗੂਲੇਟ ਸੈਕਟਰ ਦੇ ਵਿੱਚ ਆਉਂਦੇ ਨੇ। ਗਲੋਬਲਾਈਜੇਸ਼ਨ ਦੇ ਕਾਰਨ ਬਹੁਤ ਹੀ ਜ਼ਿਆਦਾ ਜੌਬ ਲੋਸ ਹੋ ਰਿਹਾ ਹੈ। ਵੇਜਸ ਜਿਹੜੇ ਹੈ ਉਹ ਘਟ ਰਹੇ ਨੇ। ਸੋ ਵੇਜ ਕੀ ਹੈ? ਵੇਜ ਇਸ ਵਾਸਤੇ ਨੇ ਕਿ ਸਟਰੋਂਗ ਲੇਬਰ ਲਾਅ ਬਣਨੇ ਚਾਹੀਦੇ ਨੇ। ਯੂਨੀਵਰਸਲ ਬੇਸਿਕ ਇਨਕਮ UBI ਡਿਸਾਈਡ ਕਰਦੇ ਨੇ ਵੀ ਇੰਨੀ ਸਭ ਦੀ ਹੋਣੀ ਹੀ ਚਾਹੀਦੀ ਹੈ ਪੂਰੇ ਵਰਲਡ ਦੇ ਵਿੱਚ। ਐਜੂਕੇਸ਼ਨ ਐਂਡ ਸਕਿੱਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਤਾਂ ਕਿ ਅਲੱਗ-ਅਲੱਗ ਟ੍ਰੇਨਿੰਗਸ ਲੈ ਸਕਣ। ਇਕੋਨੋਮਿਕ ਰਿਫੋਰਮ ਹੋਣੀ ਚਾਹੀਦੀ ਹੈ। ਇੰਸ਼ੋਰ ਫੇਅਰ ਟ੍ਰੇਡ ਪॉलिसीज एंड सोशल सिक्योरिटी एक्सपेंशन। तो कॉर्पोरेट अकाउंटेबल कोई कंपनी ਤਾਂ ਹੋਣੀ ਚਾਹੀਦੀ ਹੈ। ਹੋਲਡਿੰਗ ਕੰਪਨੀਜ਼ ਰਿਸਪੋਂਸਿਬਲ ਫॉर ਵਰਕਰਸ ਰਾਈਟ। ਸੋ ਇਹ ਸੀ ਆਪਣਾ ਇਕੋਨੋਮਿਕ ਰਾਈਟਸ ਜਿਹੜੇ ਹੈ ਉਹ ਜ਼ਿੰਦਗੀ ਲਈ ਬਹੁਤ ਜ਼ਰੂਰੀ ਨੇ, ਇਕੁਇਟੇਬਲ ਸੁਸਾਇਟੀ ਲਈ ਬਹੁਤ ਜ਼ਰੂਰੀ ਨੇ। ਉਹਦੇ ਲਈ ਕੀ ਕੀ ਉਪਾਅ ਸਭ ਕੁਝ ਮੈਂ ਦੱਸ ਦਿੱਤਾ ਹੈ। ਇਹ ਐਗਜ਼ੈਕਟ ਇਹੀ ਪੰਜਾਬੀ 'ਚ ਹੈ ਕਿ ਆਰਥਿਕ ਅਧਿਕਾਰ ਉਹ ਅਧਿਕਾਰ ਹੁੰਦੇ ਹਨ ਜੋ ਵਿਅਕਤੀ ਨੂੰ ਆਵਸ਼ਕ ਸੰਸਾਧਨਾਂ ਅਤੇ ਮੌਕਿਆਂ ਤੱਕ ਪਹੁੰਚ ਯਕੀਨੀ ਬਣਾਉਂਦੇ ਹਨ। ਆਰਥਿਕ ਅਧਿਕਾਰ ਦੀ ਪਰਿਭਾਸ਼ਾ ਬਹੁਤ ਸੋਹਣੇ ਤਰੀਕੇ ਨਾਲ 4-5 ਦਿੱਤੀਆਂ ਹੋਈਆਂ ਨੇ, ਜੌਨ ਰੌਲਸ ਦੀਆਂ ਦਿੱਤੀਆਂ, ਕਾਰਲ ਮਾਰਕਸ ਦੀ ਹੈ। ਇਹਨੂੰ ਤੁਸੀਂ ਪੜ੍ਹ ਲੈਣਾ। ਔਰ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਚਾਹਾਂਗੀ ਕਿ ਇਹ ਸਾਰੇ ਨੋਟਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ ਅਪੈਕਸ ਅਕੈਡਮੀ ਦੇ ਐਪਲੀਕੇਸ਼ਨ 'ਤੇ। ਜੇਕਰ ਤੁਸੀਂ ਅਪੈਕਸ ਅਕੈਡਮੀ ਦਾ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤਾ ਹੈ ਤਾਂ ਜ਼ਰੂਰ ਕਰ ਲਓ ਕਿਉਂਕਿ ਬੱਚੋ ਉੱਥੇ ਤੁਹਾਨੂੰ ਸਾਰਾ ਰਿਕਾਰਡਡ ਕੋਰਸ ਵੀ ਮਿਲੇਗਾ ਤੇ ਨਾਲ ਤੁਹਾਨੂੰ ਇਹ ਸਾਰੀਆਂ ਇਹ ਨੋਟਸ ਵੀ ਮਿਲ ਜਾਣਗੇ। ਠੀਕ ਹੈ।
ਸੋ ਅਸੀਂ ਦੇਖਿਆ ਕਿ ਇਹਦੀ ਮਹੱਤਤਾ ਕੀ ਹੈ, ਕਿ ਅਧਿਕਾਰ ਕਿਉਂ ਜ਼ਰੂਰੀ ਨੇ, ਗਰੀਬੀ ਨੂੰ ਹਟਾਉਣ ਲਈ ਜ਼ਰੂਰੀ ਨੇ, ਸਮਾਜ ਨਿਆਂ ਲਈ ਜ਼ਰੂਰੀ ਨੇ, ਮਜ਼ਦੂਰਾਂ ਦੀ ਤਾਕਤ ਬਣਾਉਣ ਲਈ ਜ਼ਰੂਰੀ ਨੇ। ਔਰ ਜੇਕਰ ਆਪਾਂ ਗੱਲ ਕਰੀਏ ਆਰਥਿਕ ਅਧਿਕਾਰਾਂ ਦੇ ਪ੍ਰਕਾਰ, ਤਾਂ ਰੋਜ਼ਗਾਰ ਦਾ ਅਧਿਕਾਰ ਹੈ, ਨਿਆਂਪੂਰਨ ਤਨਖਾਹ ਦਾ ਅਧਿਕਾਰ ਹੈ, ਸੰਪत्ति ਦਾ ਅਧਿਕਾਰ ਹੈ। ਇਸਨੂੰ ਪੁਆਇੰਟ ਬਣਾ ਕੇ ਬੜੇ ਸੋਹਣੇ ਦੇ ਦਿੱਤੇ ਨੇ। ਇਸੇ ਤਰ੍ਹਾਂ ਆਪਾਂ ਗੱਲ ਕਰਨੇ ਆ ਭਾਰਤ ਵਿੱਚ ਕਿਹੜੇ ਕਿਹੜੇ ਅਧਿਕਾਰ ਨੇ। ਆਰਟੀਕਲ 19 ਹੈ, 21 ਹੈ, 23 ਹੈ। ਨੀਤੀ ਨਿਰਦੇਸ਼ਕ ਤੱਤਾਂ ਦੀ ਗੱਲ ਕੀਤੀ, ਇਹ ਬਿਲਕੁਲ ਈਜ਼ੀ ਲੈਂਗੁਏਜ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਗਏ ਨੇ ਕਿ ਸਮਾਨ ਕੰਮ ਲਈ ਸਮਾਨ ਤਨਖਾਹ ਹੈ, ਰੋਜ਼ਗਾਰ ਹੈ। ਲੇਬਰ ਲਾਅ ਇਨ ਇੰਡੀਆ ਦੀ ਗੱਲ ਕਰੀਏ ਤਾਂ ਘੱਟੋ ਘੱਟ ਤਨਖਾਹ ਐਕਟ ਹੈਗਾ 1948 ਵਾਲਾ। ਸੋ ਅੰਤਰਰਾਸ਼ਟਰੀ ਪੱਧਰ ਤੇ ਵੀ ਅਸੀਂ ਦੇਖਿਆ ਕਿ UN ਨੂੰ ਕੀ ਕਰ ਰਹੀ ਹੈ, ਉਸਨੇ ਕਿਹੜੇ ਕਿਹੜੇ ਸਟੈਪ ਲਿੱਤੇ ਸੀ, ਉਹਨਾਂ ਬਾਰੇ ਵੀ ਗੱਲ ਹੋ ਗਈ ਹੈ। ਐਂਡ ਅੱਗੇ ਆ ਸੀ ਆਪਣੇ ਸਾਰੇ ਦੇ ਸਾਰੇ ਇਕਨੋਮਿਕ ਰਾਈਟ। ਤੋਂ ਸੋ ਕੱਲ ਦੀ ਕਲਾਸ 'ਚ ਆਪਾਂ ਕਰਾਂਗੇ ਪੋਲੀਟੀਕਲ ਰਾਈਟਸ। ਅੱਜ ਦੇ ਲਈ ਇੰਨਾ ਹੀ ਬੱਚਿਓ, ਮਿਲਦੇ ਹਾਂ ਫਿਰ ਨੈਕਸਟ ਕਲਾਸ 'ਚ ਨਵੇਂ ਟੌਪਿਕ ਦੇ ਨਾਲ। ਅੱਗੇ ਐਸੇ ਨੂੰ ਕੰਟੀਨਿਊ ਕਰਾਂਗੇ। ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਦੇਣਾ, ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇਣਾ, ਤਾਂ ਜੋ ਆਉਣ ਵਾਲੀ ਵੀਡੀਓ ਦੀ ਸੂਚਨਾ ਤੁਹਾਨੂੰ ਮਿਲਦੀ ਰਹੇ। ਤਾਂ ਫਿਰ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਟੈਲੀਗ੍ਰਾਮ ਚੈਨਲ ਪੰਜਾਬ ਡਿਗਰੀ ਕਲਾਸਿਸ ਦਾ ਜ਼ਰੂਰ ਜੁਆਇਨ ਕਰ ਲੈਣਾ, ਕਿਉਂਕਿ ਸਾਰੇ ਬੱਚੇ ਉਸ 'ਚ ਜੁੜ ਰਹੇ ਨੇ। ਉਹ ਸਾਨੂੰ ਆਪਣੀਆਂ ਪ੍ਰੋਬਲਮਸ ਦੱਸਦੇ ਨੇ, ਤੇ ਉੱਥੋਂ ਸਾਨੂੰ ਪਤਾ ਚੱਲਦਾ ਕਿ ਸਾਨੂੰ ਤੁਹਾਡੇ ਲਈ ਹੋਰ ਕੀ ਕਰਨਾ ਚਾਹੀਦਾ। ਠੀਕ ਹੈ। ਸੋ ਜੇ ਵੀਡੀਓ ਪਸੰਦ ਆਇਆ ਹੈ ਤਾਂ ਲਾਈਕ ਤੇ ਆਪਣੇ ਫਰੈਂਡਸ ਨੂੰ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਇਹ ਤੁਹਾਡੇ ਲਈ ਬਹੁਤ ਵੱਡਾ ਇੱਕ ਪੁੰਨ ਦਾ ਵੀ ਕੰਮ ਹੋਏਗਾ। ਕਿਉਂਕਿ ਕਹਿੰਦੇ ਨਾ, ਆਪ ਜਪੋ ਅਵਰਾ ਨਾਮ ਜਪਾਓ, ਆਪ ਵੀ ਕੰਮ ਕਰੋ, ਆਪ ਵੀ ਪੜ੍ਹਾਈ ਕਰੋ ਤੇ ਦੂਜਿਆਂ ਨੂੰ ਵੀ ਕਰਵਾਓ। ਸੋ ਥੈਂਕ ਯੂ ਸਟੂਡੈਂਟਸ, ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ।